ਜਿਹੜੇ ਟਿਕਟੋਕ ਦੇ ਨਾਲ ਦਿਲੋਂ ਪਿਆਰ ਕਰਦੇ ਸਨ, ਜਿਹੜੇ ਟਿਕਟੋਕ ਸਵੇਰੇ ਉੱਠਦੇ ਰਾਤੀ ਸੌਂਦੇ ਹਰ ਵੇਲੇ ਟਿਕਟੋਕ ਬਣਾਉਂਦੇ ਸਨ, ਉਹਨਾਂ ਉੱਤੇ ਕੀ ਬੀਤੀ ਹੋਏਗੀ ਇਹ ਅਸੀਂ ਅੰਦਾਜ਼ਾ ਇਸ ਲੜਕੀ ਨੂੰ ਦੇਖ ਕੇ ਲਗਾ ਸਕਦੇ ਹਾਂ। ਲੱਗਦਾ ਸੀ ਕਿ ਅਸੀਂ ਮਸ਼ਹੂਰ ਹੋਣ ਵਾਲੇ ਸੀ ਟਿਕਟੋਕ ਦੇ ਉੱਤੇ, ਨਾਲੇ ਬੰਦ ਹੋ ਗਈ। हाँ, शुरू में फील हुआ था, बट आई थिंक एक चीज़ रियलाइज़ हुई है कि ये यूथ के लिए बहुत गंदी चीज़ थी। पबजी के कारण लोग सुसाइड कर रहे हैं। लेकिन आप अपने आप को संभालने में कामयाब हो गए। हाँ जी, ये कह सकते हैं। हाँ जी, इसमें कोई इशू नहीं है अगर आपका माइंड सेट हो जाए एक बारी। एंड इवन डॉक्टर के पास जाना इज़ नॉट अ बिग इशू। तो इस चीज़ के लिए हेल्प लेनी पड़ सकती है, तो कम अप आई थिंक यूथ को आगे आना चाहिए। पबजी तो एक स्टैप तो दूसरे स्टैप ते जाना और ये सारिया चीज़ां ਜਿਹੜੀਆਂ ਹੈਗੀਆਂ ਬੱਚਿਆਂ ਨੂੰ ਬੜਾ ਆਪਣੇ ਵੱਲ ਅਟਰੈਕਟ ਕਰਦੀਆਂ। ਔਰ ਟਿਕਟੌਕ ਦੇ ਅੰਦਰ ਇਸ ਤਰ੍ਹਾਂ ਕਰਨਾ ਕਿ ਇੰਨੇ ਜੋ ਲੋਕ ਫੋਲੋ ਕਰ ਰਹੇ ਨੇ, ਇੰਨੇ ਲੋਕ ਮੈਨੂੰ ਲਾਈਕਸ ਦੇ ਰਹੇ ਨੇ, ਇਸ ਤਰ੍ਹਾਂ ਹੀ ਲਾਈਕੀ ਐਪ ਸੀਗਾ ਇੱਕ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਐਪ ਡਿਵੈਲਪ ਕੀਤੇ ਗਏ ਨੇ ਕਾਫੀ ਕੰਟਰੀਜ਼ ਵੱਲੋਂ। ਸੋ ਉਹ ਇੱਕ ਜਿਹਨੂੰ ਆਪਾਂ ਸੋਸ਼ਲ ਵਾਰਫੇਅਰ ਕਹਿ ਦਿੰਦੇ ਆ ਔਰ ਉਹਨੂੰ ਟਾਰਗੇਟ ਕੀਤਾ ਜਾਂਦਾ ਯੂਥ ਨੂੰ। ਇਹਦੇ ਅੰਦਰ ਡਿਪਰੈਸ਼ਨ ਹੈਗਾ ਕਿ ਇਹ ਜਿਸ ਤਰ੍ਹਾਂ ਐਪ ਦੀ ਉਹਨਾਂ ਨੂੰ ਐਡਿਕਸ਼ਨ ਸੀਗੀ, ਸਕਰੀਨ ਐਡਿਕਸ਼ਨ ਨੂੰ ਆਪਾਂ ਟਰਮ ਇਹਦੇ ਲਈ ਯੂਜ਼ ਕਰਦੇ ਹਾਂ ਕਿ ਕਿਸੇ ਚੀਜ਼ ਨੂੰ ਦੇਖਣਾ ਹੈ, ਉਹਦੇ ਤੋਂ ਅਟਰੈਕਟ ਹੋਣਾ। ਤਾਂ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹ ਕਿਤੇ ਨਾ ਕਿਤੇ ਸਾਡੇ ਯੂਥ ਨੂੰ ਇਨਫਲੂਐਂਸ ਕਰ ਰਹੀਆਂ ਸੀ ਹੁਣ। ਪੂਰੇ ਭਾਰਤ ਦੇ ਵਿੱਚ ਜੇਕਰ ਕਿਸੇ ਨੂੰ ਕੋਈ ਕੰਮ ਨਹੀਂ ਤਾਂ ਉਹ ਸਿਰਫ ਤੇ ਸਿਰਫ ਟਿਕਟੋਕ ਵੱਲ ਲੱਗਾ ਹੋਇਆ ਸੀ ਕਿ ਮੈਂ ਟਿਕਟੋਕ ਚਲਾ ਲਾਂ, ਸ਼ਾਇਦ ਮੈਂ ਉਹਦੇ ਵਿੱਚ ਮਸ਼ਹੂਰ ਹੋ ਕੇ ਕੁਝ ਵੀ ਹੋਏ। ਪਰ ਜਿੱਦਾਂ ਹੀ ਭਾਰਤ ਸਰਕਾਰ ਵੱਲੋਂ ਕਿਹਾ ਗਿਆ ਕਿ ਭਾਰਤ ਦੇ ਵਿੱਚ ਚਾਈਨਾ ਦੇ 59 ਐਪ ਜਿਹੜੇ ਨੇ ਸਮੇਤ ਟਿਕਟੋਕ ਬੰਦ ਕੀਤੇ ਗਏ ਨੇ, ਤਾਂ ਜਿੱਦਾਂ ਹੀ ਇਹ ਬੰਦ ਕਰਨ ਦਾ ਐਲਾਨ ਕੀਤਾ ਗਿਆ ਤੇ ਉਸ ਤੋਂ ਬਾਅਦ ਅੰਮ੍ਰਿਤਸਰ ਦੇ ਕੁਝ ਹਸਪਤਾਲਾਂ ਦੇ ਵਿੱਚ ਜਿਹੜੇ ਡਿਪਰੈਸ਼ਨ ਦੇ ਵਿੱਚ ਗਏ ਨੇ ਜਾਂ ਫਿਰ ਕਿਸੇ ਨੂੰ ਟਿਕਟੋਕ ਦੇ ਕਾਰਨ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਕਿ ਟਿਕਟੋਕ ਬੰਦ ਹੋ ਗਈ ਆ ਤੇ ਹੁਣ ਉਹਨਾਂ ਵਾਸਤੇ ਮੁਸ਼ਕਲ ਬਣੀ ਹੋਈ ਆ, ਉਹ ਹਸਪਤਾਲਾਂ ਦੇ ਵਿੱਚ ਪਹੁੰਚਦੇ ਨਜ਼ਰ ਆ ਰਹੇ। ਇਸ ਵੇਲੇ ਅਸੀਂ ਅੰਮ੍ਰਿਤਸਰ ਦੇ ਡਾਕਟਰ ਹਰਜੋਤ ਦੇ ਕੋਲ ਉੱਥੇ ਪਹੁੰਚੇ ਹੋਏ ਜਿਨ੍ਹਾਂ ਵੱਲੋਂ ਟੈਸਟ ਕੀਤਾ ਜਾ ਰਿਹਾ, ਚੈੱਕ ਕੀਤਾ ਜਾ ਰਿਹਾ। ਇਹ ਜਿਨ੍ਹਾਂ ਨੂੰ ਚੈੱਕ ਕੀਤਾ ਜਾ ਰਿਹਾ ਇਹ ਟਿਕਟੋਕ ਹੀ ਚਲਾਉਂਦੇ ਸਨ, ਪਰ ਟਿਕਟੋਕ ਬੰਦ ਹੋਣ ਤੋਂ ਬਾਅਦ ਕਿਤੇ ਨਾ ਕਿਤੇ ਬੜੇ ਲੋਕ ਨੇ ਜਿਹੜੇ ਕਿ ਡਿਪਰੈਸ਼ਨ ਦੇ ਵਿੱਚ ਚਲੇ ਗਏ ਆ। ਫਿਲਹਾਲ ਕੈਮਰੇ ਦੇ ਸਾਹਮਣੇ ਆਉਣ ਨੂੰ ਕੋਈ ਤਿਆਰ ਨਹੀਂ ਹੁੰਦਾ, ਪਰ ਇਸ ਵੇਲੇ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਇਸ ਵੇਲੇ ਡਾਕਟਰ ਹਰਜੋਤ ਵੱਲੋਂ ਇਹ ਇੱਕ ਬੇਟੀ ਨੂੰ ਚੈੱਕ ਕੀਤਾ ਜਾ ਰਿਹਾ ਕਿ ਉਹ ਟਿਕਟੋਕ ਦੀ ਸ਼ਿਕਾਰ ਹੈ, ਨਾਲੇ ਪਬਜੀ ਵੀ ਚਲਾਉਂਦੀ ਸੀ। ਪਬਜੀ ਦੇ ਨਾਲ ਤੇ ਪਹਿਲਾਂ ਹੀ ਕਾਫੀ ਡਿਪਰੈਸ਼ਨ ਦੇ ਵਿੱਚ ਬੱਚੇ ਪਹੁੰਚੇ ਹੋਏ ਸੀ, ਪਬਜੀ ਦੇ ਕਾਰਨ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪਰ ਹੁਣ ਟਿਕਟੋਕ ਦੇ ਕਾਰਨ ਵੀ ਜਿਹੜੇ ਬੱਚੇ ਨੇ, ਬਜ਼ੁਰਗ ਨੇ, ਨੌਜਵਾਨ ਨੇ, ਹਰ ਕੋਈ ਟਿਕਟੋਕ ਚਲਾਉਂਦਾ ਸੀ ਤੇ ਉਹਦੇ ਕਾਰਨ ਵੀ ਹੁਣ ਕਿਤੇ ਨਾ ਕਿਤੇ ਮੁਸ਼ਕਲ ਦਾ ਮਾਹੌਲ ਸਾਰਿਆਂ ਵਾਸਤੇ ਬਣਿਆ ਹੋਇਆ। ਟਿਕਟੋਕ ਦਾ ਬੰਦ ਕਰਨ ਦਾ ਜਿਹੜਾ ਐਲਾਨ ਕੀਤਾ ਗਿਆ ਸਰਕਾਰ ਵੱਲੋਂ, ਉਹ ਅਸੀਂ ਕਹਿ ਸਕਦੇ ਕਿ ਸ਼ਲਾਘਾਯੋਗ ਹੈ। ਉਹ ਬੰਦ ਕਰਨਾ ਚਾਹੀਦਾ ਸੀ। ਜੇਕਰ ਅਸੀਂ ਟਿਕਟੋਕ ਬੰਦ ਕਰਾਂਗੇ, ਬਾਕੀ ਐਪ ਬੰਦ ਕਰਾਂਗੇ ਤੇ ਚਾਈਨਾ ਦਾ ਲੱਕ ਤੋੜਨ ਦੇ ਵਿੱਚ ਅਸੀਂ ਕਾਮਯਾਬ ਜ਼ਰੂਰ ਹੋਵਾਂਗੇ। ਪਰ ਜਿਹੜੇ ਟਿਕਟੋਕ ਦੇ ਨਾਲ ਦਿਲੋਂ ਪਿਆਰ ਕਰਦੇ ਸਨ, ਜਿਹੜੇ ਟਿਕਟੋਕ ਸਵੇਰੇ ਉੱਠਦੇ ਰਾਤੀ ਸੌਂਦੇ ਹਰ ਵੇਲੇ ਟਿਕਟੋਕ ਬਣਾਉਂਦੇ ਸਨ, ਉਹਨਾਂ ਉੱਤੇ ਕੀ ਬੀਤੀ ਹੋਏਗੀ ਇਹ ਅਸੀਂ ਅੰਦਾਜ਼ਾ ਇਸ ਲੜਕੀ ਨੂੰ ਦੇਖ ਕੇ ਲਗਾ ਸਕਦੇ ਹਾਂ। ਕੀ ਕਹਿਣਾ ਚਾਹੁੰਦੇ ਜੀ, ਕਿੰਨੀ ਦੇਰ ਤੋਂ ਤੁਸੀਂ ਪਬਜੀ ਚਲਾਉਂਦੇ ਸੀ ਤੇ ਕਿੰਨੀ ਦੇਰ ਤੋਂ ਟਿਕਟੋਕ ਚਲਾਣੀ ਸ਼ੁਰੂ ਕੀਤੀ? जी मेरे को काफ़ी साल हो गए थे चलाते हुए। ਲੱਗਦਾ ਸੀ ਕਿ ਅਸੀਂ ਮਸ਼ਹੂਰ ਹੋਣ ਵਾਲੇ ਸੀ ਟਿਕਟੋਕ ਦੇ ਉੱਤੇ, ਨਾਲੇ ਬੰਦ ਹੋ ਗਈ। हाँ, शुरू में फील हुआ था, बट आई थिंक एक चीज़ रियलाइज़ हुई है कि ये यूथ के लिए बहुत गंदी चीज़ थी बेसिकली, क्योंकि यूथ इससे डिप्रेशन में जा रहा है। एंड यूथ को ये चीज़ अभी रियलाइज़ नहीं हो रही, बट सून और लेटर ये चीज़ें एंग्जाइटी क्रिएट करती हैं एंड इवन बीपी इश्यूज आते हैं इससे। एंड इस चीज़ में कोई शर्म की बात नहीं है डॉक्टर के पास जाना भी, बिकॉज आई थिंक ही इज़ द बेस्ट इन अमृतसर, सो ही कैन गाइड यू वेल। ਮੈਮ ਜੇ ਦੇਖਿਆ ਜਾਵੇ ਤਾਂ ਬੜੇ ਬੱਚੇ ਲਗਾ ਲਓ, ਨੌਜਵਾਨ ਲਗਾ ਲਓ, ਬਜ਼ੁਰਗ ਤੱਕ ਅਸੀਂ ਕਹਿ ਸਕਦੇ ਕਿ ਬਜ਼ੁਰਗ ਤੱਕ ਜਿਹੜੇ ਨੇ ਉਹ ਟਿਕਟੋਕ ਚਲਾਉਂਦੇ ਸਨ। ਟਿਕਟੋਕ ਜਦੋਂ ਖੋਲਦੇ ਸੀ ਤੇ ਹਰ ਕੋਈ ਵਰਗ ਦਾ ਜਿਹੜਾ ਇਨਸਾਨ ਉਹਦੇ ਵਿੱਚ ਸਾਨੂੰ ਨਜ਼ਰ ਆਉਂਦਾ ਸੀ। ਪਰ ਹੁਣ ਟਿਕਟੋਕ ਬੰਦ ਕਰ ਦਿੱਤੀ ਗਈ ਹੈ। ਕੀ ਲੱਗਦਾ ਕਿ ਸਰਕਾਰਾਂ ਦਾ ਫੈਸਲਾ ਬਿਲਕੁਲ ਸਹੀ ਹੈ? ਕਿਉਂਕਿ ਇਸ ਟਿਕਟੋਕ ਬੰਦ ਕਰਨ ਦੇ ਨਾਲ ਚਾਈਨਾ ਦਾ ਲੱਕ ਤੋੜਨ ਦੇ ਵਿੱਚ ਅਸੀਂ ਕਾਮਯਾਬ ਹੋ ਸਕਦੇ ਹਾਂ। ਲੱਗਦਾ ਸਰਕਾਰਾਂ ਨੇ ਬਹੁਤ ਵਧੀਆ ਫੈਸਲਾ ਕੀਤਾ ਹੈ, ਜਾਂ ਫਿਰ ਜੇ ਦੂਜੇ ਪਾਸੇ ਅਸੀਂ ਦੇਖੀਏ ਜਿਹੜੇ ਨੌਜਵਾਨ ਟਿਕਟੋਕ ਬਣਾਉਂਦੇ ਨੇ ਉਹਨਾਂ ਵਾਸਤੇ ਕਿਸ ਤਰ੍ਹਾਂ ਦੀ ਰਾਏ ਹੈ? हाँ, ये सरकार का बहुत अच्छा फैसला है, बिकॉज चाइनीज़ ऐप्स तो वैसे अब बैन कर देनी चाहिए जो भी हो रहा है।
एंड इवन एज अ NSUI मेंबर ऑल्सो, तो मैं ये चीज़ के काफ़ी मतलब मेरे को ये चीज़ काफ़ी अच्छी लगी है जो गवर्नमेंट ने की है। बट इस वजह से यूथ जो डिप्रेशन में जा रहा है, आई डोंट थिंक सो कि अब कोई सामने आ रहा होएगा, कोई सामने से आके नहीं बोलता होएगा, बट काफ़ी यूथ को काफ़ी प्रॉब्लम्स हो रही हैं। हमें काफ़ी ज़्यादा न्यूज़ में भी आता है कि टिकटॉक के कारण सुसाइड हो रही है, PUBG के कारण लोग सुसाइड कर रहे लेकिन हैं। आप अपने अपने आप को संभालने में कामयाब हो गए, हाँ जी, ये कह सकते हैं। हाँ जी, इसमें कोई इशू नहीं है अगर आपका माइंड सेट हो जाए एक बारी। एंड इवन डॉक्टर के पास जाना इज़ नॉट अ बिग इशू, तो इस चीज़ के लिए हेल्प लेनी पड़ सकती है। तो कम अप आई थिंक यूथ को आगे आना चाहिए और अपनी जो प्रॉब्लम्स हैं वो डिस्कस करनी चाहिए, बिकॉज आई थिंक दीज गेम्स एंड टिकटॉक लीड्स टू एंजाइटी एंड एट द एंड। डॉक्टर साहब के पास आप पहुंचे हैं, डॉक्टर साहब ने किस तरीके से आपको समझाया भी इस टिकटॉक को, क्योंकि टिकटॉक जो है वो कोई हम ये बोल सकते हैं कि इसको इससे दूर होने के लिए कोई दवा तो है नहीं, सिर्फ समझाना पड़ेगा आपको अच्छे तरीके से, या थोड़ा बहुत ट्रीटमेंट ऐसी कह सकते हैं कि चल सकता है। डॉक्टर साहब की तरफ से कैसे समझाया गया आपको, किस तरीके से इस टिकटॉक से और PUBG से बाहर निकाला गया? ये तो ये काफ़ी अच्छी काउंसलिंग करते हैं, तो ही रियली काउंसल्ड मी वेल। इन्होंने आराम से बैठ के एज अ चाइल्ड मतलब मेरी बात को पहले समझा, देन मेरे को आंसर्स दिए उस चीज़ के, काफ़ी हेल्पिंग थे। बाकी आप इनसे पूछ लो इन्होंने कैसे किया। ਜੀ ਬਿਲਕੁਲ, ਅਸੀਂ ਉਹ ਡਾਕਟਰ ਸਾਹਿਬ ਦੇ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਡਾਕਟਰ ਵੱਲੋਂ ਇਹਨਾਂ ਬੱਚਿਆਂ ਨੂੰ ਕਿਤੇ ਨਾ ਕਿਤੇ ਸਹੀ ਦਿਸ਼ਾ ਦਿਖਾਈ ਜਾਂਦੀ ਹੈ, ਬੱਚਿਆਂ ਨੂੰ ਸਮਝਾਇਆ ਜਾਂਦਾ ਹੈ ਕਿ PUBG TikTok ਜਾਂ ਫਿਰ ਹੋਰ ਕੋਈ ਐਪ ਜਿਹੜੀ ਕਿ ਚਾਈਨਾ ਵੱਲੋਂ ਬਣਾਈ ਗਈ ਹੈ। ਅਸੀਂ ਦੱਸ ਸਕਦੇ ਹਾਂ ਕਿ ਚਾਈਨਾ ਦੀ ਜਿਹੜੀਆਂ ਐਪਸ ਭਾਰਤ ਸਰਕਾਰ ਨੇ ਬੰਦ ਕੀਤੀਆਂ ਨੇ, ਉਹਦੇ ਵਿੱਚ ਕਾਰਨ ਇਹ ਹੋਇਆ ਕਿ ਜੇਕਰ ਕੋਈ ਅਸੀਂ ਐਪ ਡਾਊਨਲੋਡ ਕਰਦੇ ਹਾਂ ਤੇ 25 ਤਰੀਕੇ ਦੀ ਘੱਟ ਤੋਂ ਘੱਟ 25 ਤਰੀਕੇ ਦੀ ਇਨਫੋਰਮੇਸ਼ਨ ਜਿਹੜੀ ਹੈ ਸਾਡੇ ਨਾਲ ਅਟੈਚ ਹੈ, ਉਹ ਉਹਦੇ ਐਪ ਦੇ ਵਿੱਚ ਅਸੀਂ ਐਡ ਕਰਾਂਗੇ ਤੇ ਉਸ ਤੋਂ ਬਾਅਦ ਉਹ ਜਿਹੜੀ ਐਪ ਅਸੀਂ ਵਰਤ ਸਕਦੇ ਹਾਂ। ਤੇ ਉਹਦੇ ਨਾਲ ਘਾਟਾ ਸਾਨੂੰ ਹੈ ਕਿ ਜਦੋਂ ਅਸੀਂ ਆਪਣੀ ਸਾਰੀ ਇਨਫੋਰਮੇਸ਼ਨ ਪਾਉਂਦੇ ਹਾਂ ਤਾਂ ਫਿਰ ਦੂਸਰੇ ਦੇਸ਼ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਭਾਰਤ ਦੇਸ਼ ਦੇ ਵਿੱਚ ਜਿਹੜੇ ਨੌਜਵਾਨ ਬਜ਼ੁਰਗ ਜਾਂ ਫਿਰ ਜਿਹੜਾ ਵੀ ਕੋਈ ਰਹਿੰਦਾ ਹੈ ਉਹ ਕਿਸ ਤਰ੍ਹਾਂ ਦੀ ਹੌਬੀਜ਼ ਰੱਖਦੇ ਆ, ਕੀ ਕੁਛ ਉਹ ਚਾਹੁੰਦੇ ਨੇ, ਉਹ ਸਾਰੀ ਡਿਟੇਲ ਜਿਹੜੀ ਹੈ ਉੱਥੋਂ ਮਿਲ ਸਕਦੀ ਹੈ। ਇਸ ਕਰਕੇ ਭਾਰਤ ਸਰਕਾਰ ਨੇ ਇਹ ਫੈਸਲਾ ਲਿੱਤਾ। ਡਾਕਟਰ ਸਾਹਿਬ, ਕਿਸ ਤਰ੍ਹਾਂ ਟ੍ਰੀਟਮੈਂਟ ਅਸੀਂ ਕਰਦੇ ਪਏ ਹਾਂ ਬੱਚਿਆਂ ਦਾ ਜਾਂ ਫਿਰ ਜਿਹੜੇ ਵੀ ਤੁਹਾਡੇ ਕੋਲ ਆ ਰਹੇ, ਕਿਉਂਕਿ ਟਿਕਟੌਕ ਬੰਦ ਹੋਈ ਨੂੰ 3-4 ਦਿਨ ਹੋ ਗਏ ਆ ਤੇ ਇਹ ਵੀ ਸੁਣਨ ਚ ਆਇਆ ਕਿ ਕਾਫੀ ਪੇਸ਼ੈਂਟ ਜਿਹੜੇ ਆ ਇੱਥੇ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਟਿਕਟੌਕ ਦੇ ਨਾਲ, ਕਿਸ ਤਰ੍ਹਾਂ ਸਮਝਾਇਆ ਜਾ ਰਿਹਾ? ਦੇਖੋ, ਇੰਟਰਨੈਟ ਐਡਿਕਸ਼ਨ ਦੇ ਬਾਰੇ ਮੈਂ ਪਹਿਲਾਂ ਤੋਂ ਹੀ ਕਹਿੰਦਾ ਰਿਹਾ ਕਿ ਇੰਟਰਨੈਟ ਜਿਹੜੀ ਐਡਿਕਸ਼ਨ ਹੈਗੀ ਹੈ ਇਹ ਬੱਚਿਆਂ ਨੂੰ ਕਾਫੀ ਹੱਦ ਤੱਕ ਜਿਹੜੀ ਹੈਗੀ ਹੈ ਇਹ ਖਰਾਬ ਕਰ ਰਹੀ ਹੈ। ਔਰ ਸਮਝ ਲਓ ਕਿ ਬੱਚਿਆਂ ਨੂੰ ਇਹ ਵਰਗਲਾ ਕੇ, ਔਰ ਕਿਉਂਕਿ ਇਹ ਈਜ਼ੀਲੀ ਸਮਝ ਲਓ ਬੱਚੇ ਇਸ ਦੀ ਚਪੇਟ 'ਚ ਆ ਜਾਂਦੇ ਆ ਕਿਉਂਕਿ ਬੱਚਿਆਂ ਨੂੰ ਬੜਾ ਅਟਰੈਕਟਿਵ ਲੱਗਦਾ ਔਰ ਇਹਦੇ ਅੰਦਰ ਬੜੀ ਐਡਿਕਸ਼ਨ ਪੋਟੈਂਸ਼ੀਅਲ ਹੈਗੀ ਆ ਕਿ ਬੱਚੇ ਜਿਸ ਤਰ੍ਹਾਂ PUBG ਗੇਮ ਹੈ ਫੋਰ ਐਗਜ਼ਾਮਪਲ, PUBG ਤੋਂ ਇੱਕ ਸਟੈਪ ਤੋਂ ਦੂਸਰੇ ਸਟੈਪ ਤੇ ਜਾਣਾ ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਬੱਚਿਆਂ ਨੂੰ ਬੜਾ ਆਪਣੇ ਵੱਲ ਅਟਰੈਕਟ ਕਰਦੀਆਂ। ਔਰ TikTok ਦੇ ਅੰਦਰ ਇਸ ਤਰ੍ਹਾਂ ਕਰਨਾ ਕਿ ਇੰਨੇ ਜੋ ਲੋਕ ਫੋਲੋ ਕਰ ਰਹੇ ਨੇ, ਇੰਨੇ ਲੋਕ ਮੈਨੂੰ ਲਾਈਕਸ ਦੇ ਰਹੇ ਨੇ, ਇਸ ਤਰ੍ਹਾਂ ਹੀ ਲਾਈਕੀ ਐਪ ਸੀਗਾ ਇੱਕ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਐਪ ਡਿਵੈਲਪ ਕੀਤੇ ਗਏ ਨੇ ਕਾਫੀ ਕੰਟਰੀਜ਼ ਵੱਲੋਂ। ਸੋ ਉਹ ਇੱਕ ਜਿਹਨੂੰ ਆਪਾਂ ਸੋਸ਼ਲ ਵਾਰਫੇਅਰ ਕਹਿ ਦਿੰਦੇ ਆ ਔਰ ਉਹਨੂੰ ਟਾਰਗੇਟ ਕੀਤਾ ਜਾਂਦਾ ਹੈ ਯੂਥ ਨੂੰ, ਜਿਸ ਤਰ੍ਹਾਂ ਕਿ ਤੁਸੀਂ ਇਹ ਗੱਲ ਕਹੀ ਹੈ ਕਿ ਟਾਰਗੇਟ ਯੂਥ ਨੂੰ ਕੀਤਾ ਜਾਂਦਾ ਹੈ ਔਰ ਯੂਥ ਦੀਆਂ ਲਾਈਕਸ, ਯੂਥ ਦੀਆਂ ਡਿਸਲਾਈਕਸ, ਇਹਨਾਂ ਚੀਜ਼ਾਂ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਸਾਰੀ ਦੀ ਸਾਰੀ ਉਹਨਾਂ ਲੋਕਾਂ ਕੋਲ ਪਹੁੰਚ ਰਹੀ ਹੈ। ਇਸ ਦੇ ਨਾਲ ਹੀ ਜਿਹੜੀ ਇਨਫੋਰਮੇਸ਼ਨ ਹੈਗੀ ਹੈ ਹੋਰ ਤਰੀਕੇ ਦੀ, ਫੋਰ ਐਗਜ਼ਾਮਪਲ ਜਿਹੜੀ ਇਨਫੋਰਮੇਸ਼ਨ ਹੈਗੀ ਹੈ ਰਿਗਾਰਡਿੰਗ ਬੱਚਿਆਂ ਦੇ ਡਰੈਸਿੰਗ ਸੈਂਸ ਨੂੰ ਜਾਂ ਉਹਨਾਂ ਦੇ ਪਰਸਨਲ ਜਿਹੜੇ ਹੈਗੇ ਅਕਾਊਂਟ ਨੰਬਰਸ ਵਗੈਰਾ, ਜਿਸ ਤਰ੍ਹਾਂ ਹੈਗਾ ਕੁਝ ਪਰਚੇਜ਼ ਕਰਨਾ ਹੈਗਾ, ਸੋ ਉਹ ਜਿਹੜੇ ਹੈਗੇ ਆ ਉਹਨਾਂ ਦੇ ATM ਨੰਬਰਸ ਜਿਹੜੇ ਹੈਗੇ ਆ, ਕ੍ਰੈਡਿਟ ਕਾਰਡ ਨੰਬਰਸ ਹੈਗੇ ਆ, ਕਈ ਐਪਸ ਉਹ ਵੀ ਯੂਜ਼ ਕਰਦੀਆਂ ਨੇ। ਸੋ ਇਹ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਇਹ ਕਿਤੇ ਨਾ ਕਿਤੇ ਦੂਸਰੀਆਂ ਸਰਕਾਰਾਂ ਕੋਲ ਪਹੁੰਚ ਸਕਦੀ ਹੈ। ਤੀਸਰੀ ਚੀਜ਼ ਜਿਹੜੀ ਹੈਗੀ ਆ ਜਿਹੜੀ ਇਨਡਾਇਰੈਕਟ ਹੈਗੀ ਆ ਉਹ ਹੈਗਾ ਇਨਫਲੂਐਂਸਿੰਗ। ਇਨਫਲੂਐਂਸਿੰਗ ਇਸ ਤਰ੍ਹਾਂ ਕਿ ਜਿਹੜੇ ਉਹਨਾਂ ਦੇ ਕੋਈ ਫੈਸ਼ਨ ਡਿਜ਼ਾਈਨਸ ਨੇ, ਕਲੌਥਸ ਹੈਗੇ ਨੇ, ਉਹ ਸਾਰੇ ਕੁਝ ਇਹਨਾਂ ਦੇ ਉੱਤੇ ਪਬਲਿਸਾਈਜ਼ ਕੀਤੇ ਜਾਂਦੇ ਨੇ ਔਰ ਲੋਕ ਫਿਰ ਇੱਕ ਐਡਵਰਟਾਈਜ਼ਿੰਗ ਪ੍ਰੈਸ਼ਰ ਦੇ ਕਰਕੇ ਜਿਹੜੇ ਲੋਕ ਹੈਗੇ ਨੇ ਉਹ ਉਹਨਾਂ ਨੂੰ ਖਰੀਦਣ ਤੇ, ਜਿਵੇਂ ਐਡਵਰਟਾਈਜ਼ਿੰਗ ਪ੍ਰੈਸ਼ਰ ਹੁੰਦਾ, ਉਹ ਫਿਰ ਪੀਅਰ ਗਰੁੱਪ ਮਾਡਲਿੰਗ ਜਿਹਨੂੰ ਕਹਿ ਦਿੱਤੀ ਜਾਂਦੀ ਹੈ ਕਿ ਉਹਨੇ ਖਰੀਦਿਆ ਤੇ ਜੀ ਹੁਣ ਮੈਂ ਵੀ ਖਰੀਦੂੰਗਾ ਇਹ ਚੀਜ਼।
ਸੋ ਉਹ ਚੀਜ਼ਾਂ ਵੀ ਸਾਡੇ ਯੂਥ ਨੂੰ ਕਿਤੇ ਨਾ ਕਿਤੇ ਅਫੈਕਟ ਕਰਦੀਆਂ ਨੇ। ਸੋ ਕੱਲਾ ਇੱਕ ਚੀਜ਼ ਨਹੀਂ ਹੈ ਕਿ ਇੰਟਰਨੈਟ ਐਡਿਕਸ਼ਨ ਹੈ ਕਿ ਇਹ ਬੱਚੇ ਟਾਈਮ ਵੇਸਟ ਕਰ ਰਹੇ ਨੇ, ਇਹਦੇ ਬਹੁਤ ਪੱਖੀ ਜਿਹੜਾ ਹੈਗਾ ਇਸ ਦਾ ਸਾਨੂੰ ਉਹ ਬਾਕੀ ਐਸਪੈਕਟਸ ਵੀ ਜਿਹੜੇ ਹੈਗੇ ਉਹ ਵੀ ਦੇਖਣੇ ਪੈਣਗੇ, ਉਹ ਸਟੱਡੀ ਕਰਨੇ ਪੈਣਗੇ। ਡਾਕਟਰ ਸਾਹਿਬ, ਹੁਣ 3-4 ਦਿਨਾਂ ਦੇ ਵਿੱਚ ਜੇ ਗੱਲ ਕਰੀਏ ਤੇ ਕਿਸ ਤਰ੍ਹਾਂ ਤੁਹਾਡੇ ਕੋਲ ਮਾਮਲੇ ਆ ਚੁੱਕੇ ਨੇ ਟਿਕਟੋਕ ਨੂੰ ਲੈ ਕੇ, ਕਿਉਂਕਿ ਪਬਜੀ ਦੀ ਜਿਹੜੇ ਮਾਮਲੇ ਨੇ ਉਹ ਤੇ ਲਗਾਤਾਰ ਪਹਿਲਾਂ ਵੀ ਸਾਹਮਣੇ ਆਉਂਦੇ ਰਹੇ ਸਨ ਕਿ ਜਿਹੜੇ ਬੱਚੇ ਕਿਤੇ ਨਾ ਕਿਤੇ ਪਬਜੀ ਖੇਡਦੇ ਨੇ ਤੇ ਆਪਣੇ ਆਪ ਨੂੰ ਵੱਢਣ ਤੱਕ ਪਹੁੰਚ ਜਾਂਦੇ ਨੇ, ਜਾਨੋਂ ਮਾਰਨ ਤੱਕ ਪਹੁੰਚ ਜਾਂਦੇ ਨੇ, ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਨੇ। ਟਿਕਟੋਕ ਨੂੰ ਲੈ ਕੇ ਕਿਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ ਹੁਣ ਤੱਕ ਤੁਹਾਡੇ? ਦੇਖੋ, ਐਂਗਜ਼ਾਈਟੀ ਯੂਥ ਦੇ ਅੰਦਰ ਬੜੀ ਆ ਰਹੀ ਹੈ ਕਿ ਬੱਚਿਆਂ, ਉਹ ਖਾਸ ਕਰ ਯੰਗ ਲੋਕ ਆ ਰਹੇ ਨੇ ਮੇਰੇ ਕੋਲ ਜਿਹੜੇ ਇਸ ਚੀਜ਼ ਨੂੰ ਲੈ ਕੇ ਇਹਦੇ ਅੰਦਰ ਡਿਪਰੈਸ਼ਨ ਹੈਗਾ ਕਿ ਜੀ ਇਹ ਜਿਸ ਤਰ੍ਹਾਂ ਐਪ ਦੀ ਉਹਨਾਂ ਨੂੰ ਐਡਿਕਸ਼ਨ ਸੀਗੀ, ਸਕਰੀਨ ਐਡਿਕਸ਼ਨ ਨੂੰ ਆਪਾਂ ਟਰਮ ਇਹਦੇ ਲਈ ਯੂਜ਼ ਕਰਦੇ ਹਾਂ ਕਿ ਕਿਸੇ ਚੀਜ਼ ਨੂੰ ਦੇਖਣਾ ਹੈ, ਉਹਦੇ ਤੋਂ ਅਟਰੈਕਟ ਹੋਣਾ, ਤਾਂ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹ ਕਿਤੇ ਨਾ ਕਿਤੇ ਸਾਡੇ ਯੂਥ ਨੂੰ ਇਨਫਲੂਐਂਸ ਕਰ ਰਹੀਆਂ ਸੀ ਹੁਣ ਤੱਕ। ਹੁਣੇ ਇਕਨੋਮਿਕ ਉਹਦੇ ਕਰਕੇ ਇਕਨੋਮਿਕ ਰਿਫਾਰਮਸ ਲਿਆਉਣ ਕਰਕੇ ਸਾਡੀ ਗਵਰਨਮੈਂਟ ਨੇ ਜਿਹੜੇ ਚਾਈਨੀਜ਼ ਐਪਸ, ਜਿਹੜੇ 59 ਚਾਈਨੀਜ਼ ਐਪਸ ਨੇ ਉਹਨਾਂ ਨੂੰ ਬੰਦ ਕੀਤਾ। ਸੋ ਉਹਦੇ ਕਰਕੇ ਜਿਹੜੀ ਜਿਨ੍ਹਾਂ ਨੂੰ ਸਕਰੀਨ ਐਡਿਕਸ਼ਨ ਸੀਗੀ ਉਹਨਾਂ ਨੂੰ ਹੁਣ ਐਂ ਫੀਲ ਹੋ ਰਿਹਾ ਕਿ ਸਾਨੂੰ ਜੀ ਜਿਵੇਂ ਵਿਡਰੋਲਸ ਆ ਰਹੇ ਨੇ, ਸਾਨੂੰ ਜਿਵੇਂ ਅਸੀਂ ਉਹਦੇ 'ਤੇ ਜਿਵੇਂ ਕੁਝ ਲੋਕ ਕਹਿ ਰਹੇ ਨੇ, ਜਿਸ ਤਰ੍ਹਾਂ ਬੱਚੀ ਨੇ ਵੀ ਦੱਸਿਆ ਕਿ ਕੁਝ ਲੋਕ ਤਾਂ ਇੰਨੇ ਡਿਪਰੈਸਡ ਹੋ ਗਏ ਕਿ ਜੀ ਉਹਨਾਂ ਨੂੰ ਤਾਂ ਲੱਗਦਾ ਕਿ ਜੀ ਹੁਣ ਇਸ ਤੋਂ ਇਲਾਵਾ ਸਾਡਾ ਬਚਿਆ ਹੀ ਕੁਛ ਨਹੀਂ ਹੈ। ਲੋਕਾਂ ਨੇ ਕੱਟਸ ਤੱਕ ਮਾਰੇ ਨੇ ਆਪਣੇ ਆਪ ਨੂੰ। ਸੋ ਇਹ ਚੀਜ਼ਾਂ ਦੇ ਨਾਲ ਸਾਡੇ ਕੋਲ ਯੂਥ ਜਿਹੜਾ ਹੈਗਾ ਔਰ ਯੰਗ ਬੱਚੇ ਜਿਹੜੇ ਹੈਗੇ ਨੇ ਉਹ ਆ ਰਹੇ ਨੇ ਇਹਨਾਂ ਚੀਜ਼ਾਂ ਦੇ ਨਾਲ। ਕੀ ਮੈਸੇਜ ਦੇਣਾ ਚਾਹੁੰਦੇ ਜੀ ਸਾਰੇ ਜਿਹੜੇ ਕਿ ਅਸੀਂ ਨੌਜਵਾਨ ਨਹੀਂ ਕਵਾਂਗੇ, ਬੱਚੇ ਤੋਂ ਲੈ ਕੇ ਤੇ ਬਜ਼ੁਰਗ ਤੱਕ ਟਿਕਟੋਕ ਬਣਾਉਂਦੇ ਸੀ, ਮੈਸੇਜ ਕੀ ਦੇਣਾ ਚਾਹੁੰਦੇ ਉਹਨਾਂ ਨੂੰ? ਦੇਖੋ, ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਆ ਉਹ ਪੇਰੈਂਟਸ ਵਾਸਤੇ ਹੈ। ਪੇਰੈਂਟਸ ਵਾਸਤੇ ਇਹ ਹੈਗੀ ਹੈ ਕਿ ਬੱਚਿਆਂ ਨੂੰ ਜਿਹੜਾ ਹੈਗਾ ਉਹ ਇਹਨਾਂ ਗੈਜਟਸ ਔਰ ਇਹਨਾਂ ਚੀਜ਼ਾਂ ਤੋਂ ਦੂਰ ਰੱਖਣਾ ਚਾਹੀਦਾ ਹੈ ਔਰ ਇਹਨਾਂ ਚੀਜ਼ਾਂ ਨੂੰ ਬੜਾ ਹੀ ਕੰਟਰੋਲਡ ਮੈਨਰ ਦੇ ਅੰਦਰ ਔਰ ਬੜਾ ਹੀ ਧਿਆਨ ਦੇ ਨਾਲ ਜਿਹੜਾ ਹੈਗਾ ਉਹ ਇਹਨਾਂ ਨੂੰ ਯੂਸੇਜ ਜਿਹੜੀ ਹੈਗੀ ਹੈ ਬੱਚਿਆਂ ਨੂੰ ਦੇਣੀ ਚਾਹੀਦੀ ਹੈ। ਮੋਬਾਈਲਸ ਅਗਰ ਅਸੀਂ ਬੱਚਿਆਂ ਨੂੰ ਪ੍ਰੋਵਾਈਡ ਕਰ ਰਹੇ ਹਾਂ, ਜਿਵੇਂ ਹੁਣ ਸਕੂਲਸ ਹੈਗੇ ਨੇ, ਸਕੂਲਸ ਦੇ ਅੰਦਰ ਜਿਹੜੇ ਮੋਬਾਈਲਸ ਨੇ ਉਹਨਾਂ ਦੇ ਉੱਤੇ ਹੀ ਹੋਮਵਰਕਸ ਆ ਰਹੇ ਨੇ, ਉਹਨਾਂ ਦੇ ਉੱਤੇ ਹੀ ਅਸਾਈਨਮੈਂਟਸ ਆ ਰਹੀਆਂ ਨੇ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਕਿਤੇ ਨਾ ਕਿਤੇ ਸਾਨੂੰ ਇੰਟਰਨੈਟ ਐਡਿਕਸ਼ਨ ਵੱਲ ਲੈ ਕੇ ਜਾ ਰਹੀਆਂ। ਸੋ ਪੇਰੈਂਟਸ ਨੂੰ ਜਿਹੜਾ ਹੈਗਾ ਉਹ ਬੱਚਿਆਂ ਦੇ ਲਈ ਗਾਈਡਿੰਗ ਫਿਗਰ ਬਣਨਾ ਚਾਹੀਦਾ, ਨਾ ਕਿ ਬੱਚਿਆਂ ਨੂੰ ਜਿਹੜੇ ਇਹ ਜਿਹੜੇ ਗੈਜਟਸ ਹੈਗੇ ਇਹ ਦੇ ਕੇ ਤੇ ਆਪਣਾ ਪੱਲਾ ਛੁਡਾ ਦੇਣਾ। ਔਰ ਇਹ ਜਿਹੜੇ ਈਅਰਸ ਦੇ ਬੱਚੇ ਮੇਰੇ ਕੋਲ ਆ ਰਹੇ ਨੇ ਇਹ ਫਾਰਮੇਟਿਵ ਈਅਰਸ ਦੇ ਅੰਦਰ ਆ ਰਹੇ ਨੇ, ਯਾਨੀ ਕਿ ਟੀਨੇਜਰ ਗਰੁੱਪ ਜਿਹੜਾ ਹੈਗਾ ਉਹ ਜ਼ਿਆਦਾ ਆ ਰਿਹਾ ਮੇਰੇ ਕੋਲ। ਸੋ ਕਿਤੇ ਨਾ ਕਿਤੇ ਪੇਰੈਂਟਸ ਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਪਏਗਾ ਕਿ ਜਿਹੜੇ ਬੱਚੇ ਕਿਤੇ ਵਰਗਲਾ ਕੇ ਆਪਣੇ ਮੇਨ ਮਕਸਦ ਤੋਂ, ਕਿਉਂਕਿ ਇਹ ਜਿਹੜੇ ਸਾਲ ਨੇ ਉਹ ਕੰਪੀਟੀਟਿਵ ਐਗਜ਼ਾਮਸ ਉਸ ਸਾਲਾਂ ਦੇ ਅੰਦਰ ਹੁੰਦੇ ਨੇ। ਸੋ ਬੱਚਿਆਂ ਨੂੰ ਜਿਹੜਾ ਮੇਨ ਫੋਕਸ ਹੋਣਾ ਚਾਹੀਦਾ ਉਹ ਪੜ੍ਹਾਈ ਵੱਲ ਹੋਣਾ ਚਾਹੀਦਾ ਔਰ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਵੱਲ ਹੋਣਾ ਚਾਹੀਦਾ। ਤੇ ਬੱਚਿਆਂ ਦੀ ਅਸੀਂ ਜੇ ਬੱਚਿਆਂ ਦੀ ਦੀ ਗੱਲ ਹੋ ਗਈ, ਪਰ ਟਿਕਟੋਕ ਨੂੰ ਤੇ ਪੂਰਾ ਪਰਿਵਾਰ ਹੀ ਲੱਗਾ। ਹਰ ਕੋਈ ਕਹਿੰਦਾ ਕਿ ਮੈਂ ਹੀ ਬਣਾ ਲਵਾਂ ਟਿਕਟੋਕ। ਘਰ ਦੇ ਵਿੱਚ ਜੇ 5 ਜੀ ਨੇ ਤੇ 5 ਦੇ 5 ਆਪਣੀ ਆਪਣੀ ਵੱਖਰੀ ਵੱਖਰੀ ਟਿਕਟੋਕ ਬਣਾ ਰਹੇ ਨੇ। ਉਹਨਾਂ ਨੂੰ ਅਸੀਂ ਕੀ ਕਹਿਣਾ ਚਾਹੁੰਦੇ, ਕਿਸ ਤਰ੍ਹਾਂ ਉਹ ਬਾਹਰ ਨਿਕਲਣਗੇ? ਕਿਉਂਕਿ ਦਰਸ਼ਕ ਦੇਖ ਰਹੇ ਨੇ, ਉਹ ਕਿਸ ਤਰ੍ਹਾਂ ਕੱਢੇ ਜਾ ਸਕਦਾ ਉਹਨਾਂ ਨੂੰ ਬਾਹਰ ਰਾਏ? ਦੇਖੋ, ਇਹ ਚੀਜ਼ ਨੂੰ ਸਾਨੂੰ ਰਿਅਲਾਈਜ਼ ਕਰਨਾ ਪੈਣਾ ਹੈ ਕਿ ਇਹ ਇੱਕ ਵਾਰੀ ਚੀਜ਼ ਬਹੁਤ ਅਟਰੈਕਟਿਵ ਲੱਗਦੀ ਹੈ, ਲੱਗਦਾ ਹੈ ਕਿ ਅਸੀਂ ਬੜੇ ਸਟਾਰ ਬਣ ਗਏ ਹਾਂ, ਸਾਨੂੰ ਜੀ ਬੜੇ ਲੋਕ ਫੋਲੋ ਕਰ ਰਹੇ ਨੇ, ਬੜੇ ਲੋਕ, ਪਰ ਇਹ ਝੂਠੀ ਦੁਨੀਆ। ਇਹ ਇੱਕ ਵਰਚੁਅਲ ਵਰਲਡ ਹੈ। ਵਰਚੁਅਲ ਵਰਲਡ ਦੇ ਅੰਦਰ ਸਾਨੂੰ ਲਾਈਕ ਕਰ ਰਹੇ ਨੇ। ਤੁਸੀਂ ਇਹ ਦੇਖੋ ਕਿ ਅੱਜ ਜੇ ਮੈਨੂੰ ਕਿਸੇ ਚੀਜ਼ ਦੀ ਲੋੜ ਹੈਗੀ ਹੈ ਤੇ ਮੇਰੇ ਕੋਲ 4 ਬੰਦੇ ਨਹੀਂ ਆ ਰਹੇ। ਪਰ ਇਹ ਚੀਜ਼ ਸਾਨੂੰ ਰਿਅਲਾਈਜ਼ ਕਰਨੀ ਚਾਹੀਦੀ ਹੈ। ਜੇ ਤੁਸੀਂ ਗੱਲ ਕਰ ਰਹੇ ਹੋ ਬਜ਼ੁਰਗਾਂ ਦੀ, ਮੈਂ ਬਹੁਤ ਜ਼ਿਆਦਾ ਤਾਦਾਦ ਨਹੀਂ ਦੇਖੀ। ਜਿਹੜਾ ਮੇਜਰ ਜਿਹੜਾ ਤਬਕਾ ਹੈਗਾ ਉਹ ਯੰਗ ਪੀਪਲ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਯੂਜ਼ ਕਰ ਰਹੇ ਨੇ। ਸੋ ਕਿਤੇ ਨਾ ਕਿਤੇ ਅਕੇਲੇਪਨ ਦਾ ਸ਼ਿਕਾਰ ਅੱਜ ਸਾਡੀ ਸੋਸਾਇਟੀ ਹੋ ਰਹੀ ਹੈ, ਤਾਂ ਹੀ ਇਹ ਵਰਚੁਅਲ ਵਰਲਡ ਵੱਲ ਜਾ ਰਹੇ ਨੇ। ਇੱਕ ਵਰਚੁਅਲ ਫਰੈਂਡਸ਼ਿਪਸ ਨੇ, ਵਰਚੁਅਲ ਆ ਸਾਰੀ ਜਿਹੜੀ ਲਾਈਕੀ ਹੋ ਰਹੀ ਹੈ ਉਹ ਸਾਰਾ ਦਿਸ ਇਜ਼ ਆਲ ਵਰਚੁਅਲ ਵਰਲਡ। ਸੋ ਇਹਦੇ ਵੱਲ ਜਾਣ ਨਾਲੋਂ ਸਾਨੂੰ ਇਹ ਚਾਹੀਦਾ ਹੈਗਾ ਕਿ ਲੋਕ ਆਪਸ ਦੇ ਵਿੱਚ ਬੈਠਣ, ਪਰਿਵਾਰ ਇਕੱਠੇ ਰਹਿਣ, ਜੋ ਕਿ ਅੱਜ ਤੋਂ 10 15 20 ਸਾਲ ਪਹਿਲਾਂ ਹੁੰਦਾ ਸੀਗਾ ਕਿ ਲੋਕ ਸਾਰੇ ਇਕੱਠੇ ਬੈਠ ਕੇ ਖਾਣਾ ਖਾ ਰਹੇ ਨੇ, ਗੱਲਾਂ ਕਰ ਰਹੇ ਨੇ, ਪਰਿਵਾਰ ਦੀਆਂ ਸਕਾਰਾਤਮਕ ਜਿਹੜੀਆਂ ਹੈਗੀਆਂ ਸੋਚਾਂ ਉਹ ਅੱਗੇ ਲੈ ਕੇ ਜਾ ਰਹੇ ਨੇ। ਸੋ ਇਹ ਚੀਜ਼ ਕਿਤੇ ਨਾ ਕਿਤੇ ਸਾਡੀ ਜਿਹੜੀ ਹੈਗੀ ਹੈ ਪਿਛਲੇ ਕੁਝ ਸਮੇਂ ਦੇ ਅੰਦਰ, ਪਿਛਲੇ 7-8 ਸਾਲਾਂ ਦੇ ਅੰਦਰ ਇਹ ਚੀਜ਼ਾਂ ਛੁੱਟ ਰਹੀਆਂ ਨੇ। ਫੈਮਲੀਜ਼ ਨਿਊਕਲੀਅਰ ਹੋ ਰਹੀਆਂ ਨੇ, ਬਜ਼ੁਰਗਾਂ ਨਾਲ ਕੋਈ ਬੈਠਣਾ ਪਸੰਦ ਨਹੀਂ ਕਰ ਰਿਹਾ, ਬਜ਼ੁਰਗਾਂ ਨੂੰ ਵੀ ਇਕੱਲਾਪਨ ਆ ਰਿਹਾ ਹੈਗਾ। ਸੋ ਇਹ ਚੀਜ਼ਾਂ ਸਾਨੂੰ ਸਮਾਜ ਦੇ ਵਿੱਚ ਬਦਲਣੀਆਂ ਪੈਣਗੀਆਂ ਔਰ ਜਾਗਰੂਕਤਾ ਪੈਦਾ ਕਰਨੀ ਪਏਗੀ ਲੋਕਾਂ ਦੇ ਵਿੱਚ ਕਿ ਜਿਹੜੀ ਵਰਚੁਅਲ ਵਰਲਡ ਆ ਉਹਨੇ ਨਿਕਲ ਕੇ ਤੁਹਾਨੂੰ ਫਿਜ਼ੀਕਲ ਵਰਲਡ ਦੇ ਅੰਦਰ ਨਹੀਂ ਆਣਾ। ਔਰ ਸਾਨੂੰ ਇਹ ਜਿਹੜੀ ਐਡਿਕਸ਼ਨ ਹੈਗੀ ਹੈ ਇਸ ਨੇ ਸਾਨੂੰ ਨੁਕਸਾਨ ਬਹੁਤ ਜ਼ਿਆਦਾ ਪਹੁੰਚਾਉਣਾ ਹੈ ਔਰ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਬਹੁਤ ਨੁਕਸਾਨ ਪਹੁੰਚਾਉਣਾ ਹੈਗਾ।
ਸੋ ਸਰਕਾਰ ਦਾ ਇੱਕ ਬਹੁਤ ਵੱਡਾ ਫੈਸਲਾ ਔਰ ਬੜਾ ਅੱਛਾ ਫੈਸਲਾ ਔਰ ਬੜੀ ਪੋਜ਼ਿਟਿਵ ਡਾਇਰੈਕਸ਼ਨ ਦੇ ਅੰਦਰ ਫੈਸਲਾ ਹੈਗਾ ਇਹਨਾਂ ਐਪਸ ਨੂੰ ਬੰਦ ਕਰਨਾ। ਮੈਂ ਤਾਂ ਚਾਹੂੰਗਾ ਕਿ ਜਿਹੜੀਆਂ ਹੋਰ ਕੁਝ ਹੈਗੀਆਂ ਨੇ, ਜਿਸ ਤਰ੍ਹਾਂ PUBG ਗੇਮ ਹੈਗੀ ਹੈ, ਹੋਰ ਐਪਸ ਹੈਗੀਆਂ ਇਸ ਤਰੀਕੇ ਦੀਆਂ, ਉਹ ਵੀ ਸਰਕਾਰ ਉਹਨਾਂ ਤੇ ਤਵੱਜੋ ਦੇਵੇ ਤੇ ਉਹਨਾਂ ਨੂੰ ਬੰਦ ਕਰੇ ਉਹਨਾਂ ਐਪਸ ਨੂੰ। ਸੋ ਬਹੁਤ ਬਹੁਤ ਧੰਨਵਾਦ ਡਾਕਟਰ ਹਰਜੋਤ ਸਿੰਘ ਜੀ ਦੇ ਨਾਲ ਗੱਲਬਾਤ ਕੀਤੀ, ਜਿਨ੍ਹਾਂ ਦੇ ਮੁਤਾਬਕ ਪੇਸ਼ੈਂਟ ਜਿਹੜੇ ਨੇ ਉਹ ਲਗਾਤਾਰ ਆ ਰਹੇ ਨੇ। ਪਹਿਲਾਂ PUBG ਗੇਮ ਦੇ ਜਿਹੜੇ ਪੇਸ਼ੈਂਟ ਆਉਂਦੇ ਸੀ, ਹੁਣ ਟਿਕਟੌਕ ਦੇ ਜਿਹੜੇ ਪੇਸ਼ੈਂਟ ਨੇ ਉਹ ਵੀ ਕਿਤੇ ਨਾ ਕਿਤੇ ਡਾਕਟਰ ਸਾਹਿਬ ਕੋਲ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ। ਪਰ ਫੈਸਲਾ ਜਿਹੜਾ ਡਾਕਟਰ ਸਾਹਿਬ ਵੱਲੋਂ ਜਿਸ ਤਰ੍ਹਾਂ ਕਿਹਾ ਗਿਆ ਕਿ ਫੈਸਲਾ ਜਿਹੜਾ ਕਿਹਾ ਗਿਆ ਮੋਦੀ ਸਰਕਾਰ ਵੱਲੋਂ, ਕੇਂਦਰ ਸਰਕਾਰ ਵੱਲੋਂ ਜਿਹੜਾ ਫੈਸਲਾ ਲਿੱਤਾ ਗਿਆ ਉਹ ਬਹੁਤ ਹੀ ਸ਼ਲਾਘਾਯੋਗ ਫੈਸਲਾ ਹੈ। ਇਹ ਟਿਕਟੌਕ ਦੇ ਨਾਲ ਜਿਹੜੇ 59 ਜਿਹੜੇ ਐਪ ਜਿਹੜੇ ਬੰਦ ਕੀਤੇ ਗਏ ਨੇ ਇਹ ਬੰਦ ਕਰਨੇ ਚਾਹੀਦੇ ਸਨ, ਕਿਉਂਕਿ ਸਾਡੀ ਜਿਹੜੀ ਇਨਫੋਰਮੇਸ਼ਨ ਹੈ ਉਹ ਸਾਰੀ ਦੂਜੇ ਦੇਸ਼ ਦੇ ਵਿੱਚ ਪਹੁੰਚਦੀ ਸੀ। ਤੇ ਜੇ ਇਹ ਐਪ ਬੰਦ ਕੀਤੇ ਨੇ ਤੇ ਲੋਕ ਜਿਹੜੇ ਟਿਕਟੌਕ ਦੇ ਲਗਾਤਾਰ ਟਿਕਟੌਕ ਨੂੰ ਯੂਜ਼ ਕਰਦੇ ਜਿਹੜੇ ਉਹਦੇ ਸ਼ਿਕਾਰ ਹੋਏ ਨੇ, ਹੁਣ ਉਹਨਾਂ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਇਹ ਝੂਠੀ ਦੁਨੀਆ ਹੈ, ਇਹ ਤੋਂ ਬਾਹਰ ਆਣ, ਆਪਣੇ ਪਰਿਵਾਰਿਕ ਮੈਂਬਰਾਂ ਦੇ ਵਿੱਚ ਰਹਿਣ। ਪਰਿਵਾਰਿਕ ਮੈਂਬਰਾਂ ਦੇ ਵਿੱਚ ਰਹਿਣ ਦਾ ਜਿਹੜਾ ਸੁੱਖ ਹੈ ਉਹ ਟਿਕਟੌਕ ਦੇ ਵਿੱਚ ਬਿਲਕੁਲ ਨਹੀਂ। ਕੈਮਰਾਮੈਨ ਦੀਪਕ ਬਜਾਜ ਦੇ ਨਾਲ ਸੁਖਚੈਨ ਸਿੰਘ, ਅੰਮ੍ਰਿਤਸਰ।